ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣਾ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਾਰ ਜੋਰੀ, ਨਮੋ ਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼, ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਨਾਹਿ ਦਿਖਿਆ ਕਿਸ ਕੀ ਲਈ। ਮੈਂ ਕਰੀ ਨਾ ਸੇਵਾ ਆਪ ਲਗ ਬਾਂਛਤ ਹੂੰ ਹਿਰਦੈ ਕਰਹੁ ਗੁਰਦੇਵਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹਿ ਦਿਖਿਆ ਕਿਸ ਕੀ ਲਈ। ਮੈਂ ਕਰੀ ਨ ਸੇਵਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਬਾਬਾ ਅਮਰਦਾਸ ਜੀ ਜਦੋਂ 20ਵੀਂ ਵਾਰ ਗੰਗਾ ਦਾ ਇਸ਼ਨਾਨ ਕਰਕੇ ਵਾਪਸ ਆਏ ਨੇ, ਇੱਕ ਬ੍ਰਹਮਚਾਰੀ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਆ ਕੇ ਰੁਕਿਆ ਹੈ। ਰਾਤ ਨੂੰ ਪ੍ਰਸ਼ਾਦਾ ਛਕਿਆ ਹੈ। ਕੋਠੇ ਦੇ ਉੱਤੇ ਮੰਡੀਆਂ ਚੜਾਈਆਂ ਨੇ। ਹੱਥ ਵਿੱਚ ਇੱਕ ਗਲਾਸ ਦੁੱਧ ਦਾ ਫੜਿਆ ਹੋਇਆ ਹੈ ਔਰ ਗੱਲਾਂ ਚੱਲਦੇ ਚੱਲਦੇ ਗੱਲਾਂ ਦੇ ਵਿੱਚ ਗੱਲ ਆ ਗਈ ਔਰ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਅਮਰਦਾਸ ਜੀ, ਤੁਹਾਡਾ ਗੁਰੂ ਕਿਹੜਾ ਹੈ? ਤੁਸੀਂ ਦੇਖਿਆ ਨਾਮ ਮੰਤਰ ਕਿਹੜੇ ਗੁਰੂ ਤੋਂ ਲਿਆ ਹੈ? ਹੁਣ ਇਸ ਤੋਂ ਅੱਗੇ ਧੰਨ ਬਾਬਾ ਅਮਰਦਾਸ ਜੀ ਕਹਿ ਰਹੇ ਨੇ, ਨਹਿ ਦੇਖਿਆ ਕਿਸ ਕੇ ਲਈ। ਮੈਂ ਕਰੇ ਨਾ ਸੇਵਾ। ਕਹਿੰਦੇ ਬ੍ਰਹਮਚਾਰੀ ਜੀ ਹਾਲੇ ਗੁਰੂ ਤੇ ਧਾਰਨ ਹੀ ਨਹੀਂ ਕੀਤਾ, ਕਿਸੇ ਵੀ ਗੁਰੂ ਤੋਂ ਦੇਖਿਆ ਨਹੀਂ ਲਈ, ਨਾ ਕਿਸੇ ਗੁਰੂ ਦੀ ਸੇਵਾ ਕੀਤੀ ਹੈ। ਆਪ ਲਗ ਬਾਂਛਤ ਹੂੰ ਹਿਰਦੈ ਕਰਹੁ ਗੁਰਦੇਵਾ। ਪਰ ਹੁਣ ਤੱਕ ਮੈਂ ਅੰਦਰ ਦੀ ਮੇਰੀ ਚਾਹਤ ਹੈ ਕਿ ਕੋਈ ਨਾ ਕੋਈ ਮੈਂ ਗੁਰੂ ਕਰਾਂ, ਸੱਚਾ ਗੁਰੂ ਮਿਲੇ, ਪੂਰਾ ਗੁਰੂ ਮਿਲੇ, ਉਹਨੂੰ ਧਾਰਨ ਕਰਾਂ। ਸੁਣਤ ਦੁਖਿਓ ਅਤ ਚਿਤ ਬਿਖੈ ਬੋਲਿਓ ਬ੍ਰਹਮਚਾਰੀ। ਕਹਿੰਦੇ ਇਹ ਸੁਣ ਕੇ ਬ੍ਰਹਮਚਾਰੀ ਇੱਕਦਮ ਜਿਵੇਂ ਹੱਕਾ ਬੱਕਾ ਰਹਿ ਜਾਂਦਾ, ਅੱਧਾ ਦੁੱਧ ਪੀਤਾ, ਅੱਧਾ ਹੱਥ ਵਿੱਚ ਦੁੱਧ ਦਾ ਗਲਾਸ ਥੱਲੇ ਰੱਖਿਆ ਤੇ ਕਹਿੰਦਾ ਹੈ ਗੁਰੂ ਹੀ ਧਾਰਨ ਨਹੀਂ ਕੀਤਾ ਕਿ ਇੰਨੀ ਉਮਰ ਹੋ ਗਈ, 60 ਸਾਲ ਤੋਂ ਉੱਤੇ ਦੀ ਉਮਰ ਹੋ ਗਈ, ਹਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਤਪ ਤੀਰਥ ਬ੍ਰਤ ਕਾਲ ਵੱਡ ਪੇ ਬੇਫਲ ਹਮਾਰੇ। ਇਹ ਸੁਣਦਿਆਂ ਨਾਲ ਉਹ ਬ੍ਰਹਮਚਾਰੀ ਨੇ ਇੱਕ ਗੱਲ ਕਹੀ ਕਿ ਮੇਰੇ ਕੀਤੀ ਹੋਈ ਇਹ ਤੀਰਥ ਇਸ਼ਨਾਨ, ਤੀਰਥ ਯਾਤਰਾ, ਇਹ ਰੱਖਿਆ ਹੋਇਆ ਵਰਤ ਤੇ ਕਾਲ ਕਮਾਈ, ਇਸ ਵੇਲੇ ਤੇ ਸਾਰੀ ਬੇਅਰਥ ਚਲੀ ਗਈ। ਕਿਉਂ ਜੀ? ਮਹਾਸ਼ਰਮਤ ਹੋਏ ਮੈਂ ਕਰੇ ਸਭ ਬਾਤ ਗਵਾਏ। ਕਹਿੰਦੇ ਇੰਨੀ ਮਿਹਨਤ ਵੀ ਕੀਤੀ, ਏਡੇ ਦੂਰ ਤੱਕ ਪੈਦਲ ਵੀ ਗਿਆ ਚੱਲ ਕੇ, ਵਰਤ ਵੀ ਰੱਖੇ,
ਇਹ ਸਾਰੇ ਜਿਹੜੇ ਕੀਤੇ ਹੋਏ ਕਰਮ ਨੇ ਖਾਮ ਖਾਈ ਫਜ਼ੂਲ ਦੇ ਵਿੱਚ ਗਵਾ ਬੈਠਾ। ਤੇ ਪੁੱਛਿਆ ਕਿਉਂ ਫਜ਼ੂਲ ਕਿਉਂ? ਭਇਓ ਅਚਾਨਕ ਸਾਥ ਤੁਮ ਇਮ ਕਹਿ ਪਛਤਾਏ। ਜਦੋਂ ਬਾਬਾ ਅਮਰਦਾਸ ਜੀ ਕਹਿੰਦੇ ਕਿਉਂ ਭਾਈ ਵਿਅਰਥ ਕਿਉਂ ਚਲੇ ਗਏ, ਫਜ਼ੂਲ ਕਿਉਂ ਚਲੇ ਗਏ? ਕਹਿੰਦੇ ਤੁਹਾਡਾ ਸਾਥ ਹੋ ਗਿਆ ਹੈ, ਅਚਾਨਕ ਰਾਹ ਵਿੱਚ ਤੁਸੀਂ ਜੋ ਮਿਲ ਗਏ, ਮੈਂ ਤਾਂ ਉਸ ਵੇਲੇ ਨੂੰ ਪਛਤਾ ਰਿਹਾ ਕਿ ਤੁਹਾਡੀ ਸੰਗਤ ਮੈਨੂੰ ਹੋਈ ਕਿਉਂ। ਨਿਗਰੇ ਕੋ ਸੰਗੇ ਭਇਓ ਕਿ ਖਾਨ ਰੁਪਨਾ। ਉਹਨੇ ਬ੍ਰਹਮਚਾਰੀ ਦੇ ਬੋਲ ਸਨ। ਕਹਿੰਦੇ ਸਾਰਾ ਕੁਝ ਵਿਅਰਥ ਇਸ ਕਰਕੇ ਚਲਾ ਗਿਆ ਹੈ ਕਿ ਇੱਕ ਨਗੁਰੇ ਦੀ ਸੰਗਤ ਕੀਤੀ ਹੈ। ਇੱਕ ਨਗੁਰੇ ਦੇ ਨਾਲ ਜਿਹਨੇ ਗੁਰੂ ਧਾਰਨ ਕੀਤਾ ਉਹਦੇ ਨਾਲ ਬੈਠ ਕੇ ਖਾਣਾ ਪੀਣਾ ਸਾਂਝਾ ਕੀਤਾ ਹੈ। ਪੁੰਨ ਆਕਾਰਥ ਸਭ ਭਏ ਮੁਝ ਚਿੰਤ ਮਹਾਨਾ। ਮੇਰੇ ਤੇ ਸਾਰੇ ਕੀਤੇ ਹੋਏ ਪੁੰਨ ਆਕਾਰਥ ਚਲੇ ਗਏ, ਵਿਅਰਥ ਚਲੇ ਗਏ। ਮੇਰੇ ਤੇ ਅੰਦਰ ਬੜੀ ਚਿੰਤਾ ਹੈ। ਉਸ ਵੇਲੇ ਨੂੰ ਪਛਤਾਰੇ ਨਾਲੇ ਮੱਥੇ ਤੇ ਹੱਥ ਮਾਰੇ। ਬ੍ਰਿਧ ਹੋਤ ਲੋ ਇਮ ਰਹੇ ਨਹ ਗੁਰੂ ਬਣਾਇਓ। ਇਹ ਬ੍ਰਹਮਚਾਰੀ ਕਹਿੰਦਾ ਕਿ ਬੜਾ ਬਿਰਧ ਹੋ ਗਿਆ ਹੈ। ਉਮਰ ਜਿਹੜੇ ਲੰਘਦੇ ਜਾਂਦੇ ਹੈ, ਬੁੱਢਾ ਹੋ ਗਿਆ, ਹਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਗੁਰੂ ਕੋਈ ਨਹੀਂ ਬਣਾਇਆ। ਮਹਾਕਰਮ ਖੋਟਾ ਕੀਓ ਮਨਮਤ ਬਿਰਮਾਇਓ। ਉਹ ਬ੍ਰਹਮਚਾਰੀ ਕਹਿੰਦਾ ਤੇ ਤੁਸੀਂ ਬੜਾ ਖੋਟਾ ਕਰਮ ਕੀਤਾ ਹੈ। ਇਹ ਤੇ ਮਨਮਤ ਵਾਲੀ ਕੀਤੀ ਕਿ ਮਨਮਤੀਆ ਹੋ ਕੇ ਆਰਾਮ ਨਾਲ ਹਜੇ ਵੀ ਬੈਠਾ ਹੈ। ਚਿੱਤ ਮੈਂ ਹੈ ਅਤ ਰਿਸ ਕਰਤ ਹੀ ਉਠ ਮਾਰ ਗਲੀਨਾ। ਕਹਿੰਦੇ ਇਸ ਤਰ੍ਹਾਂ ਬੜਾ ਗੁੱਸਾ ਕੀਤਾ ਉਸ ਬ੍ਰਹਮਚਾਰੀ ਨੇ। ਰਾਤ ਦਾ ਸਮਾਂ ਹੈ, ਹਨੇਰਾ ਹੋਇਆ ਹੈ। ਇਹ ਬ੍ਰਹਮਚਾਰੀ ਉਸੇ ਵੇਲੇ ਦੁੱਧ ਦਾ ਅੱਧਾ ਗਲਾਸ ਥੱਲੇ ਰੱਖਿਆ, ਮੰਜਾ ਛੱਡਿਆ, ਆਪਣਾ ਝੋਲਾ ਚੁੱਕਿਆ। ਕਹਿੰਦੇ ਮੈਂ ਨਹੀਂ ਹੁਣ ਰੁਕ ਸਕਦਾ। ਜੇ ਨਹੀਂ ਸੀ ਪਤਾ ਫਿਰ ਤਾਂ ਠੀਕ ਸੀ। ਕਿਸੇ ਦੇ ਘਰ ਕਿਸੇ ਦੇ ਥਾਂ 'ਤੇ ਰਾਤ ਰਹਿਣ ਵਾਸਤੇ ਟਿਕਾਣਾ ਮਿਲੇ ਜਾਂ ਨਾ ਮਿਲੇ, ਪਰ ਤੇਰੇ ਘਰ ਹੁਣ ਨਹੀਂ ਰੁਕ ਸਕਦਾ। ਉਸੇ ਵੇਲੇ ਰਸਤੇ 'ਤੇ ਚੱਲ ਪਿਆ। ਅਮਰਦਾਸ ਪਛਾਤ ਤਿਸ ਪਛਤਾਵਣ ਕੀਨਾ। ਕਹਿੰਦੇ ਉਸ ਤੋਂ ਬਾਅਦ ਬਾਬਾ ਅਮਰਦਾਸ ਜੀ ਉਹ ਪਛਤਾਵੇ ਦੇ ਵਿੱਚ ਨੇ ਕਿ ਸੱਚਮੁੱਚ ਹੀ 60-62 ਸਾਲ ਦੀ ਉਮਰ ਹੋ ਗਈ, ਗੁਰੂ ਧਾਰਨ ਹੀ ਨਹੀਂ ਕੀਤਾ। ਹੁਣ ਦੇਖੋ ਬ੍ਰਹਮਚਾਰੀ ਨੇ ਜਿਹੜੀ ਗੱਲ ਕਹੀ ਹੈ, ਇਤਿਹਾਸ ਦੇ ਵਿੱਚ ਸਾਖੀਆਂ ਜਿਹੜੀਆਂ ਨੇ, ਇਹਦੇ ਵਿੱਚੋਂ ਜਿਹੜਾ ਨੁਕਤਾ ਹੈ ਉਹ ਨੁਕਤਾ ਸਾਨੂੰ ਪਕੜਨਾ ਚਾਹੀਦਾ ਹੈ। ਉਸ ਨੁਕਤੇ ਤੋਂ ਸਿੱਝ ਲੈਣੀ ਚਾਹੀਦੀ ਹੈ ਕਿ ਗੁਰੂ ਤੂੰ ਨੇ ਧਾਰਨ ਕੀਤਾ, ਸੰਗਤ ਤੇਰੀ ਕਰ ਲਈ ਤੇ ਮੇਰਾ ਤਾਂ ਕੀਤਾ ਹੋਇਆ ਸਾਰਾ ਕੁਝ ਵਿਅਰਥ ਚਲਾ ਗਿਆ। ਤੇ ਕਦੇ ਖਿਆਲ ਕਰੋ ਜਿਹੜੇ ਅਸੀਂ ਆਪਣੇ ਆਪ ਨੂੰ ਜਿਹੜੇ ਅਸੀਂ ਸਿੱਖ ਅਖਵਾਉਂਦੇ ਹਾਂ, ਸੇਵਾ ਭਾਵੇਂ ਜਿੰਨੀ ਮਰਜ਼ੀ ਕਰੀ ਜਾਈਏ, ਜੇ ਗੁਰੂ ਹੀ ਧਾਰਨ ਨਹੀਂ ਕੀਤਾ ਤਾਂ ਕਦੇ ਵਿਚਾਰ ਕਰਕੇ ਦੇਖੋ ਕੀਤੀ ਹੋਈ ਸੇਵਾ ਕਿਤੇ ਸਫਲ ਹੋ ਜਾਏਗੀ। ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਨਾ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਤੇ ਜੇ ਤੂੰ ਗੁਰੂ ਵਾਲਾ ਬਣਿਆ ਹੀ ਨਹੀਂ, ਇਹਦਾ ਮਤਲਬ ਚਿੱਤ ਤੇਰਾ ਲੱਗੇ ਹੀ ਨਹੀਂ, ਕਿਉਂਕਿ ਚਿੱਤ ਲੱਗਦਾ ਫਿਰ ਤੇ ਗੁਰੂ ਧਾਰਨ ਕਰ ਲੈਣਾ ਸੀ। ਹੁਣ ਇਹ ਸਵਾਲ ਜੇ ਅਸੀਂ ਪੁੱਛੀਏ ਕਿ ਲਓ ਜੀ ਭਾਈ ਤੇ ਐਵੇਂ ਕਹਿੰਦੇ ਨੇ, ਪ੍ਰਚਾਰਕ ਤੇ ਐਵੇਂ ਕਹਿੰਦੇ ਨੇ, ਸੇਵਾ ਤਾਂ ਸਫਲ ਹੁੰਦੀ ਹੋਈ, ਕੁਛ ਨਾ ਕੁਛ ਤੇ ਮਿਲਦਾ ਹੀ ਹੋਏਗਾ। ਕਿਉਂਕਿ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਖੰਡੇ ਬਾਟੇ ਦੀ ਪਹੁ ਨਹੀਂ ਲਈ, ਉਹ ਐਵੇਂ ਦੀਆਂ ਗੱਲਾਂ ਕਹਿੰਦੇ ਨੇ ਕਿ ਸਾਨੂੰ ਇੰਨੇ ਸਾਲ ਹੋ ਗਏ ਗੁਰੂ ਘਰ ਸਵੇਰੇ ਸ਼ਾਮੀ ਆ ਕੇ ਭਾਂਡੇ ਮਾਂਜਦੇ, ਸੇਵਾ ਕਰ ਲਿਆ, ਕੁਝ ਨਾ ਕੁਝ ਤੇ ਮਿਲਦਾ ਹੀ ਹੋਏਗਾ। ਇਤਿਹਾਸ ਦੇ ਵਿੱਚ ਹੋ ਸਕਦਾ ਸਾਖੀਕਾਰਾਂ ਤੇ ਕਿਸੇ ਸਾਖੀ ਤੇ ਅਸੀਂ ਤਰਕ ਕਰ ਵੀ ਲਈਏ, ਪਰ ਜਿਹੜੇ ਗੁਰੂ ਦੀ ਬਾਣੀ ਹੈ ਉਸ ਤੋਂ ਅੱਗੇ ਦੇ ਵਿਚਾਰ ਤੇ ਕੋਈ ਨਹੀਂ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਇਵੇਂ ਦੇ ਜਿਹੜੇ ਸੇਵਾ ਕਰਦੇ ਨੇ ਨਾ, ਉਹਨਾਂ ਨੂੰ ਮਨਮੁਖ ਭਗਤ ਕਿਹਾ ਹੈ। ਮਨਮੁਖ ਭਗਤ, ਗੁਰੂ ਨੇ ਧਾਰਨ ਕੀਤਾ, ਮਨ ਦੀ ਮਰਜ਼ੀ ਮੁਤਾਬਕ ਆਪਣੇ ਮਨ ਨੂੰ ਲੱਗਿਆ ਕਿ ਹਾਂ ਠੀਕ ਹੈ ਕਰਨਾ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਵੇਂ ਦੀ ਕੀਤੀ ਹੋਈ ਸੇਵਾ, ਕੀਤੀ ਹੋਈ ਭਗਤੀ ਥਾਂ ਨਹੀਂ ਪੈਂਦੀ ਭਾਈ। ਸਤਿਗੁਰੂ ਦਾ ਪਾਵਨ ਬਚਨ ਹੈ
कि मन मुख भगत करै बिन सतगुर, गुरु धारण किते तू बिना भगती करी जान, मन के पिछे लग गई। मन मुख भगत करै बिन सतगुर, बिन सतगुर भगत न होई राम। गुरु साहब ने इत्थे गल मुका दित्ती कि गुरु तो बिना भगती हो ही नहीं सकती, गुरु तो बिना की हुई सेवा थां पै ही नहीं सकती। बस यही गल हुण बाबा अमरदास जी पछता रहे हैं कि इन्ने सालों की वो की हुई सेवा, की हुई यात्रा, ये मेरे किसी लेखे लगी भी होएगी कि नहीं, गुरु तो धारण ही नहीं किया। अपर सर्ब हे सुध गए एक ही लिव लागे, बस एक बनत बननी सी, ब्योंत बननी सी। वो साधु ते गल कह के चला गया। और बाबा अमरदास जी के अंदर ये इस तरह लगी जिवें तीर वजदा है। कमाई वाले दे बोल अंदर लगते हैं। और गुरु साहब ने तो पावन बचन कहे ने, भगत कबीर जी ने सानू तो इन्ने अखंड पाठ साहब करा ले, इन्नियां लड़ियां चला दित्तियां और दावा करेगा कि असीं गुरु के सिख सब तो वड्डे सिख, इन्ने अखंड पाठ कराए, इन्ने सुखमणी साहब कराए। बाबा कबीर जी कहते ने गुरु का बचन तो एक भी सुन लीए ना तो वो सीधा अंदर जाके कलेजे नूं लगता है। जिवें बाबा अमरदास जी तो लग्या है, हजे भगती करने वाले किसी भगत तो सुनी गल। तो बाबा कबीर जी तो कहते ने कबीर सतगुरु सूर में बाह्या बाण जो एक शब्द आ ते एक ही तीर गुरु चलाते। कहते लागत ही पोए गिर परिया परा कलेजे शेक। ये मैं मेरे वाली तो उस वे मौत हो जाती है। पर क्षमा करना क्योंकि से सिर्फ कराया है, कीता नहीं, सिर्फ भेटा दिती है, सुनिया नहीं। जे सुनिया तो वो कमाया नहीं। पर बाबा अमरदास जी कहते सारे होर शुद्ध बोधी जिवें चले गए, इको ही लिव लगे कि गुरु धारण नहीं किया। गुरु गुरु मिलहे कर ले हों इच्छा बहुत जागे। बस सारा कुछ भुल गया, इको ही विचार करते हैं बाबा अमरदास जी कि किते गुरु मिले, मैं गुरु नूं धारण हुणी कर लवां। मन दे विच इच्छा इन्नी प्रबल है क्योंकि गुरु धारण करना है और गुरु भी पूरा गुरु धारण करना है। प्रभ आगे बिनती करे पूरो मम आसा। बाबा अमरदास जी हुण उसे रब परमेश्वर अगे बेनतियां करते हैं कि रब जी मेरी हुण ये आस ते पूरी कर दे। किहड़ी आस जी? गुरु मिल जे। दीन बंद हर दया निध लख दासण दासा। है दिना दे बंधु परमेश्वर दया दे घर विच आके अपने इस दास की दशा नूं वेखो, दास जान के मेरे ते कृपा करो। रावर के पद पद्म ते निकसे शुभ गंगा। हे रब जी परमेश्वर जी हुण जिहड़े रब नूं मनदे ने, विष्णु जी नूं, गंगा जी नूं, उनदे अगे बेनती करनी ने कि हे रब जी परमेश्वर जी ये गंगा तुहाडे चरणों दे विचों निकली है। सेवी मैं बहु काल लग निष्काम उमंगा। ते तुहाडे चरणों विचों निकली हुई इस गंगा की मैं बड़े साल सेवा की और बिल्कुल निष्काम होकर की, मंगया तो कुछ भी नहीं सी। अज मंगना कि मैनू मेरा गुरु मिल जाए। अब सतगुर मुझको मिलाए सब हूँ फल पाऊँ। तो कला गुरु नहीं, सतगुरु मिले, सच्चा गुरु मिले। अज तक मंगया कुछ नहीं सी, गुरु मिल जाए बस, गुरु तो सारे फल प्राप्त कर लवा। अंतरजामी सर्ब के कह किसे सुनाऊं। बाबा अमरदास जी मन ही मन विच अरदासा करते हैं, रब जी तुसीं अंतरजामी हो। हुण कह कह के बोल बोल के किनू सुनावां, मेरे अंदर की अवस्था तुसीं जाणदे हो। चिंता चित ते दीन होए बिनती बहु भाखे। अंदर बड़ी चिंता है, चिंता दे विच आके अधीन होके दीन होके बेनती करी जाते हैं। दिवस न बीते दुख दबहो और गुरु अबिलाखे।
कहते बाबा अमरदास जी सारी रात इस सोचा में रहे, रात लंघती नहीं, दिन चढ़ता दिन बीतता ही नहीं, बस अंदर एको ही आस है किहड़े बड़े गुरु मिले, कदों गुरु के दर्शन होने। गंगा हृदय आराधतो हे भीषम माता। हुण आराधना जिहड़ी गंगा दी करदे ने कि हे गंगा माता तू भीष्म दे पिता, भीष्म दी माता है, भीष्म ने तेरे तो जन्म लिया है, मैं तेनों अपनी माता करके अज तक पूज्या है। उत्तम तीर्थ सबन मैं है वांछित की दाता। और ये मन्निया गया है कि हे गंगा माँ सब तो उत्तम तीर्थ ये गंगा का तीर्थ है। इत्थे मैं 20 वरी आके इशनान किया है, 20 वरी आके यात्रा की है। करो सफल मम कामना गुर देहो मिलाई। बाबा अमरदास जी बेनती करते हैं कि मेरी कामना पूरी करो, मैनू गुरु मिला दो, मैनू सतगुरु मिला दो। इस प्रकार बिनती पढ़े बहु बिद वडियाई। कहते इस तरह बाबा अमरदास जी दिन रात हर वेले बेनती करते हैं, दिन रात उस गंगा की वडियाई कर रहे हैं कि गंगा माँ तेनू पूज्या है, तेनू सिमरिया है, हुण मैनू गुरु ते मिला दे। निशा बिते दिन आगलो दुख साथ बितावा। कहते रात जिमें दुखों के विच एक रात जिमें कई सालों की हो गई, एक एक पल भारी पै गया, रात बीती, अगला दिन चढ़िया, सारा दिन किसी नाल बोले नहीं, कुछ छकिया नहीं, दुखी होके चिंता दे विच दिन बतीत किया। खान पान कुछ नह रुचे बैराग उपावा। इन्ना अंदर बैराग है कि खाना पीना भी भुल गया, कुछ खादा है कि नहीं खादा, भुख लगी कि नहीं लगी, गर्मी है प्यास का भी पता नहीं, पानी पीता कि नहीं पीता, बस एको ही पता है कि गुरु किवें मिले, एको गल चित्ते है। और साडे आम दुनियादारी लोगों की बिल्कुल इस तो उल्टी है, सानू सब कुछ चित्ते है, खाना कदे नहीं भुलदा और पानी भुल जे हो नहीं सकता, सोना बंदा कितने भुलदा है, नींद धक्के नाल ढाउंदी है, हसना खेडना नहीं भुलदा, जे भुलदा तो एक रब नूं भुलदा, दूजा मौत नूं भुल जांदा, कदे मरना भी है। सतगुरु जी ने पावन वचन बाणी च कहे ने, खाना पीना हसना सौना विसर गया है मरना। एक मरना भुल गया, दूजा गुरु रब भुल गया। पर बाबा अमरदास जी ने हुण केवल एक गुरु चित्ते, होर सब कुछ भुल गया है। बहुर भई जब जामने सोचत चित जागा। कहते वो रात उस तो अगली रात भी बीत गई, फिर जदों उस तो अगला दिन अमृत वेला होया, चिंता दे विच उठे ने, क्योंकि जागते रही सन, रात में नींद आउंदी कित्थे सी, और पैर रात अमृत वेले उठन का सुभाव ही सी। लिव लागे नह नींद होए जिन मन अनुरागा। जिन्हां दे मन अंदर इस तरह का बैराग हो जाता ना, लिव लग जाती, फिर उन्होंने नींद तो वैसे ही नहीं होती। और बाबा अमरदास जी इन्हां दे अंदर तो वो एक लिव लगी है कि चिंता लगी है कि नींद नेड़े ही नहीं आती। श्री परमेश्वर सुरसरी पर संतत दहू। हुण बाबा अमरदास जी श्री परमेश्वर ते गंगा दोवां की उस्तत करते हैं, दिन रात हर वेले कर रहे हैं। बिनत भणत मन दीन बन गुण गान सोऊ। कहते दीन हो के बेनतियां करते हैं, गुण उन्होंने गिणते हैं, गुण गाउंदे ने, शोभा गाउंदे ने, शोभा कर दो बस अरदासें बेनतियां कर रहे हैं। नाव थाव बिन रूप के सतगुरु को ध्यावै। हुण बाबा अमरदास जी उन्होंने कोई पता नहीं कि गुरु की हुंदा है, उन्होंने कोई पता नहीं गुरु कित्थे है, उन्होंने कोई पता नहीं गुरु का नाम की है, टिकाणा कित्थे है,
पर बिना ना तो बिना पते तो बिना जान पछाण तो ਉਹ ਧਿਆਉਂਦੇ ਗੁਰੂ ਨੇ, ਗੁਰੂ ਨੂੰ ਧਿਆਉਂਦੇ ਨੇ ਕਿ ਸਤਿਗੁਰੂ ਮਿਲ ਜੇ। ਕਹਿੰਦੇ ਨਾਉ ਥਾਉ ਬਿਨ ਰੂਪ ਕੇ ਸਤਿਗੁਰੂ ਕੋ ਧਿਆਵੈ। ਹਰ ਵੇਲੇ ਗੁਰੂ ਨੂੰ ਧਿਆਉਂਦੇ ਨੇ, ਔਰ ਅਸਲ ਵਿੱਚ ਧਿਆਉਣਾ ਹੈ ਵੀ ਇਹ। ਜੇ ਆਪਾਂ ਕੋਈ ਫੋਟੋ ਸਾਹਮਣੇ ਰੱਖ ਕੇ, ਕੋਈ ਆਕਾਰ ਸਾਹਮਣੇ ਰੱਖ ਕੇ ਧਿਆਵਾਂਗੇ ਤਾਂ ਫਿਰ ਧਿਆ ਸਕਦੀ ਨਹੀਂ। ਕਿਉਂਕਿ ਜੇ ਗੁਰ ਪਰਮੇਸ਼ਰ ਇੱਕੋ ਜਾਣੀਏ, ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਪਰਮੇਸ਼ਰ ਇੱਕੋ ਜਾਣ, ਤੇ ਫਿਰ ਪਰਮੇਸ਼ਰ ਦਾ ਕੋਈ ਰੂਪ ਨਹੀਂ, ਪਰਮੇਸ਼ਰ ਦਾ ਕੋਈ ਰੰਗ ਨਹੀਂ, ਪਰਮੇਸ਼ਰ ਦਾ ਕੋਈ ਨਾਂ ਨਹੀਂ। ਜੇ ਨਾ ਹੈ ਤਾਂ ਸਿਰਫ ਉਹ ਸੱਤ ਹੈ। ਤੇ ਜੇ ਆਕਾਰ ਵੇਖੀਏ ਫਿਰ ਸਾਰੇ ਰੂਪ ਪਰਮੇਸ਼ਰ ਦੇ ਨੇ, ਸਾਰੇ ਨਾਮ ਰੱਬ ਦੇ ਨੇ। ਧੰਨ ਬਾਬਾ ਅਮਰਦਾਸ ਜੀ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਨਾਮ ਕੀ ਹੈ, ਪਤਾ ਕੀ ਹੈ, ਉਹਨਾਂ ਦਾ ਰੂਪ ਰੰਗ ਕਿਵੇਂ ਦਾ ਹੈ, ਪਰ ਉਹ ਸਤਿਗੁਰੂ ਨੇ, ਸਤਿਗੁਰੂ ਨੂੰ ਧਿਆਉਂਦੇ ਨੇ। ਪੂਰੋ ਮੇਰੇ ਆਸ ਕੋ ਐਸੇ ਉਰ ਭਾਵੈ। ਕਹਿੰਦੇ ਸਤਿਗੁਰੂ ਜੀ ਨੂੰ ਧਿਆਉਂਦੇ ਹੋਏ ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਮੇਰੀ ਆਸ ਪੂਰੀ ਕਰ ਦਿਓ, ਆਪ ਹੀ ਮਿਲ ਜਾਓ। ਸਰਬ ਥਾਨ ਸਭ ਕਾਲ ਮੈਂ ਹੈ, ਸਤਿਗੁਰ ਹੈ ਵਿਆਪੇ। ਕਿਉਂਕਿ ਸਤਿਗੁਰੂ ਜੀ ਤੁਸੀਂ ਤਾਂ ਸਾਰੀਆਂ ਥਾਵਾਂ 'ਤੇ ਵਿਆਪਕ ਹੋ, ਹਰ ਸਮੇਂ ਦੇ ਵਿੱਚ ਹਰ ਥਾਂ 'ਤੇ ਵਿਆਪਕ ਹੋ। ਬਿਨਤੀ ਸੁਣ ਕੈ ਸਰੋਣ ਮੈਂ ਦੇਹੁ ਦਰਸ਼ਨ ਆਪੇ। ਮੇਰੀ ਸਮਝ ਮੇਰੀ ਮਤ ਕੰਮ ਨਹੀਂ ਕਰਦੀ ਕਿ ਪੂਰਾ ਗੁਰੂ ਕਿਹੜਾ ਹੈ, ਪੂਰਾ ਗੁਰੂ ਕਿੱਥੇ ਹੈ। ਮੇਰੀ ਬੇਨਤੀ ਸੁਣ ਕੇ ਕਿਰਪਾ ਕਰੋ, ਆਪ ਹੀ ਆ ਕੇ ਦਰਸ਼ਨ ਦੇ ਦਿਓ, ਆਪ ਹੀ ਰਾਹ ਵਿਖਾ ਦਿਓ। ਮੈਂ ਪਰਖਣ ਜਾਣੋ ਨਹੀਂ ਗੁਰ ਪੂਰਨ ਕੇਹੂ। ਕਿਉਂਕਿ ਜੇ ਗੁਰੂ ਧਾਰਨ ਕਰਨਾ ਤਾਂ ਗੁਰੂ ਤਾਂ ਪੂਰਾ ਹੋਣਾ ਚਾਹੀਦਾ ਹੈ। ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ ਮੈਂ ਪਰਖਾਂਗਾ ਕਿਵੇਂ, ਜਿਹਨੂੰ ਧਾਰਨ ਕਰਨਾ ਪਰਖ ਤੇ ਹੋਣੀ ਚਾਹੀਦੀ ਨਾ, ਪੂਰਾ ਹੈ ਕਿ ਨਹੀਂ। ਮੈਨੂੰ ਤਾਂ ਪਰਖ ਵੀ ਕਰਨੀ ਨਹੀਂ ਹੁੰਦੀ, ਮਤ ਥੋੜ੍ਹੀ ਹੈ। ਆਪਣੋ ਬਿਰਦ ਪਛਾਣ ਕੈ ਨਿਜ ਦਰਸ਼ਨ ਦੇਹੋ। ਹੇ ਸਤਿਗੁਰੂ ਜੀ, ਤੁਸੀਂ ਆਪਣਾ ਬਿਰਦ ਪਛਾਣ ਕੇ ਆਪਣੇ ਸੁਭਾਅ ਦੇ ਮੁਤਾਬਕ ਆਪ ਹੀ ਦਰਸ਼ਨ ਦੇ ਦਿਓ, ਆਪ ਹੀ ਕੋਈ ਰਾਹ ਵਿਖਾ ਦਿਓ। ਹਿਮ ਇੱਕ ਲਿਵ ਲਾਗੇ ਹਿਰਦੈ ਤਜ ਕਾਰਜ ਆਨਾ। ਕਹਿੰਦੇ ਬਸ ਇਸ ਤਰ੍ਹਾਂ ਦੀ ਜਿਵੇਂ ਲਿਵ ਹੀ ਲੱਗ ਜਾਂਦੀ ਨਾ, ਜਿਹਨੂੰ ਕਹਿੰਦੇ ਨੇ ਸਮਾਧੀ ਲੱਗ ਜਾਂਦੀ ਹੈ। ਪਰ ਇਹ ਸਮਾਧੀ ਅੱਖਾਂ ਬੰਦ ਕਰਕੇ ਬੈਠਣ ਵਾਲੀ ਨਹੀਂ, ਅੱਖਾਂ ਖੁੱਲ੍ਹੀਆਂ ਨੇ, ਚੱਲਦੇ ਫਿਰਦੇ ਨੇ, ਬੋਲਦੇ ਕਿਸੇ ਨਾਲ ਨਹੀਂ, ਖਾਣਾ ਪੀਣਾ ਤੇ ਹੋਰ ਜਿਵੇਂ ਸਾਰੇ ਕੁਝ ਭੁੱਲ ਗਏ, ਬਸ ਇੱਕੋ ਹੀ ਲਿਵ ਲੱਗੀ ਹੈ ਕਿ ਗੁਰੂ ਕਦੋਂ ਮਿਲੇ। ਖਾਣ ਪਾਣ ਨਿੰਦਰਾ ਨਹੀਂ ਦ੍ਰਿਗ ਨੀਰ ਚਲਾਨਾ। ਕਹਿੰਦੇ ਖਾਣਾ ਪੀਣਾ ਸੌਣਾ ਸਭ ਕੁਝ ਭੁੱਲ ਗਿਆ ਹੈ। ਅੱਖਾਂ ਦੇ ਵਿੱਚੋਂ ਹਰ ਵੇਲੇ ਨੀਰ ਚੱਲਦਾ ਹੈ, ਜਲ ਚੱਲਦਾ ਹੈ, ਬੈਰਾਗ ਦਾ ਜਲ ਚੱਲਦਾ ਹੈ। ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਵਿੱਚ ਕਹੇ, ਮਿਲ ਮੇਰੇ ਪ੍ਰੀਤਮਾ ਜੀਓ, ਮੈਂ ਨੀਰ ਵਹਿ ਵਹਿ ਚੱਲਾ ਜੀਓ। ਬਸ ਇੱਕੋ ਹੀ ਬਰਾਗ ਹੈ ਅੱਖਾਂ ਦੇ ਵਿੱਚੋਂ, ਉਹ ਬਰਾਗ ਨੀਰ ਬਣ ਕੇ ਨਿਕਲ ਰਿਹਾ ਹੈ। ਦੀਰਘ ਸਵਾਸ ਉਸਾਰ ਤੋਂ ਇੱਕ ਤੋਂ ਬ੍ਰਿਧ ਦੇਹੀ। ਤੇ ਭਾਈ ਰਾਮ ਕੁਇਰ ਜੀ ਇਹ ਲਿਖ ਰਹੇ ਨੇ, ਸੁਣਾ ਰਹੇ ਨੇ ਕਿ ਇੱਕ ਤੇ ਬਾਬਾ ਅਮਰਦਾਸ ਜੀ ਦੀ ਦੇਹ ਜਿਹੜੀ ਬਿਰਧ ਹੈ, ਕਿਉਂਕਿ 60-62 ਸਾਲ ਦਾ ਤਾਂ ਬੁਢੇਪਾ ਹੀ ਜਾਂਦਾ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਬਾਣੀ ਵਿੱਚ ਵੀ, 60 ਕੇ ਬੁਢੇਪਾ ਹੈ। ਇੱਕ ਤਾਂ ਜਿਹੜੀ ਅਵਸਥਾ ਹੈ ਸਰੀਰ ਦੀ ਉਹ ਵਡੇਰੀ ਹੈ, ਤੇ ਦੂਜਾ ਬਾਬਾ ਅਮਰਦਾਸ ਜੀ ਸਵਾਸ ਜਿਹੜੇ ਨੇ ਲੰਬੇ ਲੰਬੇ ਲੈਂਦੇ ਨੇ, ਜਿਹਨੂੰ ਕਿਹਾ ਜਾਂਦਾ ਕਿ ਬੜੇ ਔਖੇ ਸਾਹ ਲੈਂਦੇ ਨੇ, ਕਿ ਜੇ ਗੁਰੂ ਨਾ ਮਿਲਿਆ ਤਾਂ ਪਤਾ ਨਹੀਂ ਸਵਾਸ ਜਿਹੜਾ ਹੈ ਇਹ ਦੁਬਾਰੇ ਆਉਣਾ ਕਿ। ਗੰਗਾ ਆਵਤ ਜਾਤ ਮਗ ਬਲ ਬਿਨਾ ਅਸ਼ੇਹੀ। ਕਿਉਂਕਿ ਹੁਣ ਤਾਂ ਨਿਰੰਤਰ ਗੰਗਾ ਤੇ ਆਉਂਦੇ ਜਾਂਦੇ ਸਨ, ਭਾਵੇਂ ਸਰੀਰ ਦੇ ਵਿੱਚ ਤਾਕਤ ਨਹੀਂ ਸੀ, ਹੁਣ ਉਹ ਹਿੰਮਤ ਨਹੀਂ ਸੀ ਜਵਾਨੀ ਵਾਲੀ, ਪਰ ਫਿਰ ਵੀ ਜਾਂਦੇ ਸਨ। ਪ੍ਰੇਮ ਅਧਿਕ ਚਿੰਤਾ ਬਹੁਤ ਔਰ ਮਹਿਤ ਵਸੂਰਾ। ਕਿਉਂਕਿ ਅੰਦਰ ਪ੍ਰੇਮ ਸੀ, ਹੁਣ ਉਸੇ ਪ੍ਰੇਮ ਕਰਕੇ ਅੰਦਰ ਚਿੰਤਾ ਹੋਰ ਬਹੁਤੀ ਲੱਗੀ ਹੈ। ਅੰਦਰ ਇੱਕ ਉਹ ਝੂਰ ਰਹੇ ਨੇ ਅੰਦਰੋਂ ਕਿ ਗੁਰੂ ਅੱਜ ਤੱਕ ਧਾਰਨ ਕੀਤਾ ਕਿਉਂ ਨਹੀਂ। ਕਹਿ ਮਰਹੂੰ ਕਹਿ ਮਿਲਹਿ ਅਬ ਸਿਰ ਸਤਿਗੁਰ ਪੂਰਾ।
ਤੇ ਇੰਨਾ ਪਿਆਰ ਇੰਨਾ ਬਰਾਗ ਅੰਦਰ ਹੈ। ਬਾਬਾ ਅਮਰਦਾਸ ਜੀ ਕਹਿੰਦੇ ਨੇ ਕਿ ਜਾਂ ਤਾਂ ਹੁਣ ਪੂਰਾ ਗੁਰੂ ਮਿਲੇਗਾ, ਆਪ ਹੀ ਕਿਰਪਾ ਕਰਕੇ ਮਿਲੇਗਾ, ਤੇ ਜਾਂ ਫਿਰ ਹੁਣ ਮਰਾਂਗਾ, ਜਾਂ ਹੁਣ ਸਰੀਰ ਵਿੱਚੋਂ ਪ੍ਰਾਣ ਹੀ ਨਿਕਲ ਜਾਣਗੇ। ਤਿਗ ਜੀਵਨ ਸਤਿਗੁਰੂ ਬਿਨਾ ਕੁਛ ਸਰੇ ਨਾ ਕਾਜੂ। ਬਾਬਾ ਅਮਰਦਾਸ ਜੀ ਆਪਣੇ ਆਪ ਨੂੰ ਲਾਹਨਤ ਪਾ ਰਹੇ ਨੇ ਕਿ ਮਣਾ ਤੇਰੇ ਲਾਹਨਤ ਹੈ ਬੰਦੇ ਜੀਵਨ ਦੀ। ਤਿਗ ਜੀਵਨ ਸਤਿਗੁਰੂ ਬਿਨਾ, ਕਿ ਜੇ ਗੁਰੂ ਹੀ ਧਾਰਨ ਕੀਤਾ ਤਾਂ ਫਿਰ ਕੀ ਇਸ ਜੀਵਨ ਨੂੰ ਕੋਈ ਕੰਮ ਨਹੀਂ ਸਰਿਆ, ਕੰਮ ਕੋਈ ਬਣੇ ਨਹੀਂ। ਔਰ ਸਤਿਗੁਰੂ ਜੀ ਨੇ ਤਾਂ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ ਕਿ ਨਿਗੁਰੇ ਕਾ ਹੈ ਨਾਮ ਬੁਰਾ, ਉਹਦਾ ਤਾਂ ਨਾਂ ਹੀ ਨਹੀਂ ਲੈਣਾ ਚਾਹੀਦਾ। ਹੁਣ ਬਾਬਾ ਅਮਰਦਾਸ ਜੀ ਨੂੰ ਸਮਝ ਆ ਗਈ ਕਿ ਇੰਨੇ ਸਾਲ ਲੰਘ ਗਏ, ਗੁਰੂ ਧਾਰਨ ਨਹੀਂ ਕੀਤਾ। ਗੁਰ ਬਿਨ ਸਿਤ ਕੋ ਰਾਜ ਕਿਆ ਤਿਗ ਸੁਰਪੁਰ ਰਾਜੂ। ਜੇ ਗੁਰੂ ਧਾਰਨ ਨਹੀਂ ਕੀਤਾ ਤੇ ਭਾਵੇਂ ਸਾਰੀ ਧਰਤੀ ਦਾ ਰਾਜ ਮਿਲ ਜੇ, ਸਾਰੀ ਧਰਤੀ ਦਾ ਕਿਉਂ, ਭਾਵੇਂ ਸਵਰਗਾਂ ਦਾ ਵੀ ਰਾਜ ਮਿਲ ਜੇ, ਉਹ ਰਾਜਾ ਕਹਿੰਦਾ ਹੈ ਉਹ ਰਾਜ ਭਾਗ ਕਿਹੜੇ ਕੰਮ ਜੇ ਗੁਰੂ ਹੀ ਧਾਰਨ ਨਹੀਂ ਕੀਤਾ। ਤਪ ਤੀਰਥ ਵਰਤ ਰੋ ਧਰਮ ਬਿਨ ਗੁਰ ਨਿਫਲਾਵੈ। ਇਹ ਜਿੰਨੇ ਤਪ ਕੀਤੇ, ਜਿੰਨੇ ਤੀਰਥਾਂ ਤੇ ਗਏ, ਜਿੰਨੇ ਵਰਤ ਰੱਖੇ, ਜਿੰਨੇ ਧਰਮ ਦੇ ਕਰਮ ਕੀਤੇ, ਇਹ ਗੁਰੂ ਤੋਂ ਬਿਨਾਂ ਤੇ ਸਾਰੇ ਨਿਫਲ ਚਲੇ ਗਏ, ਕਿਸੇ ਕੰਮ ਨਹੀਂ। ਉਮਰ ਵੀ 60-62 ਸਾਲ ਨਿਕਲ ਗਈ, ਕਿਸੇ ਕੰਮ ਨਹੀਂ ਆਈ। ਗੁਰ ਬਿਨ ਲੋਕ ਪਰਲੋਕ ਕੇ ਸੁਖ ਸਗਲ ਨਸਾਵੈ। ਗੁਰੂ ਤੋਂ ਬਿਨਾਂ ਲੋਕ ਤੇ ਪਰਲੋਕ ਦੋਵਾਂ ਦੇ ਸੁੱਖ ਨਿਕਲ ਜਾਂਦੇ ਨੇ, ਸੁੱਖ ਨਹੀਂ ਮਿਲਦੇ। ਇਹ ਜੀਵਨ ਜਿਹੜਾ ਨਿਕਲ ਗਿਆ ਪਤਾ ਨਹੀਂ ਕਿੰਨਾ ਕੁ ਬਚਿਆ ਹੈ। ਤੇ ਜੇ ਗੁਰੂ ਨਾ ਮਿਲਿਆ, ਇਹ ਜੀਵਨ ਵੀ ਸੁੱਖਾਂ ਤੋਂ ਬਿਨਾਂ ਨਿਕਲ ਗਿਆ, ਅੱਗੇ ਵੀ ਸੁੱਖ ਨਹੀਂ ਮਿਲਦੇ। ਸਤਿਗੁਰ ਪੂਰਾ ਜੇ ਮਿਲੇ ਦੇ ਨਿਜ ਉਪਦੇਸ਼ੂ। ਹੁਣ ਵੀ ਜੇ ਪੂਰਾ ਸਤਿਗੁਰੂ ਮਿਲ ਜੇ, ਮੇਰਾ ਪੂਰਾ ਸਮਰੱਥ ਗੁਰੂ ਆਪਣਾ ਉਪਦੇਸ਼ ਦੇ ਦੇ। ਸਫਲ ਤਪਾਦਕ ਹੋਤ ਹੈ ਮਿਟ ਜਾਤ ਕਲੇਸ਼ੂ। ਤੇ ਮੈਨੂੰ ਭਰੋਸਾ ਹੈ ਕਿ ਮੇਰਾ ਉਹ ਸਮਰੱਥ ਗੁਰੂ ਜੇ ਮਿਲ ਕੇ ਆਪਣਾ ਉਪਦੇਸ਼ ਦੇ ਜੇ, ਤੇ ਉਸ ਗੁਰੂ ਦੇ ਕੀਤੀ ਹੋਈ ਸੇਵਾ, ਇਹ ਤਾਪਾਦਕ ਜਿਹੜੇ ਪਹਿਲੋਂ ਵੀ ਕੀਤੇ ਨੂੰ ਹੋ ਸਕਦਾ ਇਹ ਵੀ ਸਫਲ ਹੋ ਜਾਣਾ, ਅੰਦਰ ਦੇ ਕਲੇਸ਼ ਮਿਲ ਜਾਣ। ਹੁਣ ਗੁਰੂ ਮਿਲ ਜੇ, ਗੁਰੂ ਦੇ ਕੀਤੀ ਹੋਈ ਸੇਵਾ ਸਫਲ ਹੋ ਜਾਏ। ਕਰਮਹੀਣ ਇਮ ਮੈਂ ਰਹਿਓ ਅਬ ਸਤਿਗੁਰ ਪਾਉ। ਬਾਬਾ ਅਮਰਦਾਸ ਜੀ ਕਹਿੰਦੇ ਨੇ ਮੈਂ ਤਾਂ ਹੁਣ ਤੱਕ ਕਰਮਾਂ ਤੋਂ ਹੀਣਾ ਹੀ ਰਿਹਾ, ਭਾਗ ਹੀ ਨਹੀਂ ਸਨ ਕਿ ਗੁਰੂ ਧਾਰਨ ਨਹੀਂ ਕੀਤਾ, ਪਰ ਅਬ ਸਤਿਗੁਰੂ ਪਾਉ। ਹੁਣ ਜ਼ਰੂਰ ਸਤਿਗੁਰੂ ਨੂੰ ਮਿਲਾਂਗਾ, ਹੁਣ ਸਤਿਗੁਰੂ ਨੂੰ ਜ਼ਰੂਰ ਧਾਰਨ ਕਰਾਂਗਾ। ਨਾਤਰ ਤਜ ਕੈ ਅੰਨ ਜਲ ਨਿਜ ਤਨ ਬਿਨ ਸਾਹੂ। ਤੇ ਜੇ ਪੂਰਾ ਗੁਰੂ ਨਾ ਮਿਲਿਆ, ਫਿਰ ਇਹ ਜਿਹੜਾ ਅੰਨ ਪਾਣੀ ਥੋੜ੍ਹਾ ਬਹੁਤ ਛਕਣਾ ਹੈ ਇਹ ਵੀ ਛੱਡ ਦੇਣਾ ਹੈ। ਫਿਰ ਇਸ ਸੰਸਾਰ 'ਤੇ ਰਹਿ ਕੇ ਕਰਨਾ ਵੀ ਕੀ ਹੈ, ਫਿਰ ਇਸ ਜੀਵਨ ਤੋਂ ਲੈਣਾ ਵੀ ਕਿ ਜੇ ਗੁਰੂ ਨਾ ਮਿਲੇ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਹੈ, ਤੇ ਅਗਲਾ ਅਧਿਆਇ ਫਿਰ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦੋਹਰਾ ਸਿਰ ਗੁਰ ਅੰਗਦ ਕੇ ਸੁਤਾ ਬੀਬੀ ਅਮਰੋ ਨਾਮ। ਭਗਤ ਧਾਰ ਬਾਪੇ ਆਪਣੋ ਉਪਜੇ ਸਤਿਗੁਰੂ ਧਾਮ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਧੰਨ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਉਹਨਾਂ ਦੀ ਧੀ ਬੀਬੀ ਅਮਰੋ, ਜਿਨ੍ਹਾਂ ਦਾ ਨਾਮ ਬੀਬੀ ਅਮਰੋ ਹੈ, ਉਹ ਇਸ ਸੰਸਾਰ ਵਿੱਚ ਆ ਕੇ ਭਗਤੀ ਹੋਈ ਨਹੀਂ ਕਰਦੇ। ਉਹਨਾਂ ਨੂੰ ਵੇਖ ਕੇ ਤਾਂ ਲੱਗਦਾ ਕਿ ਭਗਤੀ ਨੇ ਬੀਬੀ ਅਮਰੋ ਦੇ ਰੂਪ ਵਿੱਚ ਹੀ ਜਨਮ ਲਿਆ ਹੈ। ਉਹ ਭਗਤੀ ਸਿਮਰਨ ਉਹਨਾਂ ਦੇ ਅੰਗ ਅੰਗ ਦੇ ਵਿੱਚ ਵਸੀ ਹੋਈ ਹੈ। ਹੁਣ ਉਹ ਬੀਬੀ ਅਮਰੋ ਜਿਵੇਂ ਧੰਨ ਬਾਬਾ ਅਮਰਦਾਸ ਜੀ ਦੇ ਨਾਲ ਮਿਲਾਪ ਹੋਣਾ ਹੈ, ਜਿਵੇਂ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਤੋਂ ਉਹ ਗੁਰੂ ਦੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਨਾ ਹੈ। ਇਸ ਅਧਿਆਇ ਨੂੰ ਆਪਾਂ ਕੱਲ੍ਹ ਪ੍ਰਾਰੰਭ ਕਰਾਂਗੇ। ਅੱਜ ਸਤਿਗੁਰੂ ਜੀ ਕਿਰਪਾ ਕਰਨ, ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ
ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ